Welcome all the 10 plus 1 students in the central idea of poem number 1, Lines Written in Early Spring. Dear students, for summary and paraphrase, you can check the link given in the description box. In that link, I have explained the entire poem for you. Now, in this part 2 of that poem, we'll discuss the comprehension questions. And the first 3 marks comprehension question is write the central idea of the poem. So, if you remember that poem, this was a beautiful nature poem written by William Wordsworth, who is a renowned nature poet. And the poet was sitting in a garden, he was sitting in nature and he was enjoying nature. The poet has a bittersweet experience while sitting in lap of nature. Even when he was enjoying the healing company of nature, the sad or the melancholy thoughts about destructive nature of human beings makes him deeply sad. He compares nature's fair work to man's selfish acts which harmed nature and other beings. The poem gives a serious message to all to save nature and stop harming nature. So dear students, poem ਦਾ ਸੈਂਟਰਲ ਆਈਡੀਆ ਅਗਰ ਤੁਹਾਨੂੰ ਪੋਇਮ ਯਾਦ ਹੋਏ ਤਾਂ ਉਸ ਦੇ ਵਿੱਚ ਵਿਲੀਅਮ ਵਰਡਸਵਰਥ ਨੇ ਲਿਖਿਆ ਕਿ ਮੈਂ ਪ੍ਰਕਿਰਤੀ 'ਚ ਬੈਠਾ ਸੀ, ਮੈਂ ਬਹੁਤ ਖੁਸ਼ ਸੀ, ਹਵਾ ਚੱਲ ਰਹੀ ਸੀ, ਪੰਛੀ ਚਹਿਚਹਾ ਰਹੇ ਸੀ, ਫੁੱਲ ਟਾਹਣੀਆਂ ਪੱਤੇ ਸਭ ਬਹੁਤ ਖੂਬਸੂਰਤ ਸੀ। ਇਸੇ ਖੁਸ਼ੀ ਦੇ ਵਿੱਚ ਅਚਾਨਕ ਮੈਨੂੰ ਉਦਾਸੀ ਆ ਜਾਂਦੀ ਹੈ। ਕਿਉਂ ਉਦਾਸੀ ਆ ਜਾਂਦੀ ਹੈ? ਕਿਉਂਕਿ ਮੈਂ ਉੱਥੇ ਕੌੜੇ ਮਿੱਠੇ ਅਨੁਭਵ ਕਰਦਾ ਹਾਂ। ਕਿਸ ਚੀਜ਼ ਦਾ ਅਨੁਭਵ ਕਰਦਾ ਹਾਂ? ਮੈਂ ਇਹ ਸੋਚਣ ਲੱਗਦਾ ਹਾਂ ਕਿ ਕੁਦਰਤ ਤਾਂ ਇੰਨੀ ਮਹਾਨ ਹੈ ਅਤੇ ਸਿਰਫ ਸਾਨੂੰ ਦੇ ਹੀ ਰਹੀ ਹੈ, ਪਰ ਇਹ ਵਿਚਾਰ ਮੈਨੂੰ ਉਦਾਸ ਕਰਦੇ ਹਨ ਕਿ ਮਨੁੱਖ ਉਸ ਦੇ ਬਦਲੇ ਕੀ ਕਰ ਰਿਹਾ ਹੈ। ਮਨੁੱਖ ਡਿਸਟਰਕਟਿਵ ਹੈ, ਸਭ ਕੁਝ ਤਬਾਹ ਕਰਨ ਵਾਲਾ ਹੈ ਅਤੇ ਮਨੁੱਖ ਪ੍ਰਕਿਰਤੀ ਨੂੰ ਅਤੇ ਦੂਸਰੇ ਜੀਵ ਜੰਤੂਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਹ ਖਿਆਲ ਮੈਨੂੰ ਉਦਾਸ ਕਰ ਜਾਂਦਾ ਹੈ। ਸੋ ਇਸ ਕਵਿਤਾ ਤੋਂ ਸਾਨੂੰ ਇੱਕ ਬਹੁਤ ਹੀ ਗੰਭੀਰ ਮੈਸੇਜ ਮਿਲਦਾ ਹੈ। ਉਹ ਗੰਭੀਰ ਸੁਨੇਹਾ ਕੀ ਹੈ ਕਿ ਸਾਨੂੰ ਪ੍ਰਕਿਰਤੀ ਨੂੰ ਬਚਾਉਣਾ ਚਾਹੀਦਾ ਹੈ ਅਤੇ ਇਸ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਕਰਨਾ ਚਾਹੀਦਾ। ਨਾਓ ਲੈਟ ਅਸ ਸਟਾਰਟ ਦ ਅਦਰ ਕੰਪਰੀਹੈਂਸ਼ਨ ਕੁਐਸਚਨਸ। ਫਸਟ ਕੁਐਸਚਨ ਇਜ਼ the poet describes a bittersweet moment. Why is the moment bittersweet? ਹੁਣ ਕਵੀ ਹੈ ਜਿਹੜਾ ਉਹ ਇੱਕ ਮਿੱਠੀ ਕੌੜੀ ਯਾਦ ਦੀ ਗੱਲ ਕਰ ਰਿਹਾ। ਇਹ ਕਿਹੋ ਜਿਹੀ ਮੂਮੈਂਟ ਹੈ ਉਸ ਦੀ ਜ਼ਿੰਦਗੀ 'ਚ। ਸੋ ਵੀ ਹੈਵ ਅ ਸੀਨ ਇਨ ਸੈਂਟਰਲ ਆਈਡੀਆ ਆਲਸੋ। The poet was enjoying the beauty of nature. He was happy. He was filled with gratitude and positive thoughts about nature. He was admiring nature. But then he recalls destructive ways of man and this made the moment a bittersweet moment. ਤਾਂ ਕਵਿਤਾ ਪ੍ਰਕਿਰਤੀ 'ਚ ਖੁਸ਼ ਸੀ, ਉਹ ਤਾਂ ਉੱਥੇ ਬੈਠਾ ਸੀ, ਬਹੁਤ ਖੁਸ਼ ਸੀ, ਪ੍ਰਕਿਰਤੀ ਦਾ ਆਨੰਦ ਲੈ ਰਿਹਾ ਸੀ, ਪਰ ਜਦੋਂ ਮਨੁੱਖ ਦੇ ਕੰਮਾਂ ਨੂੰ ਯਾਦ ਕਰਦਾ ਉਹ ਤਾਂ ਉਹ ਫਿਰ ਉਦਾਸ ਹੋ ਜਾਂਦਾ। ਕੁਐਸਚਨ ਨੰਬਰ 2, ਰਾਈਟ ਅ ਫਿਊ ਲਾਈਨਸ ਅਬਾਊਟ ਦ ਸਿੰਪਲਿਸਿਟੀ ਆਫ ਦ ਪੋਇਮ ਯੂਜ਼ਡ ਸਿੰਪਲਿਸਿਟੀ ਆਫ ਦ ਲੈਂਗੁਏਜ ਯੂਜ਼ਡ ਇਨ ਦ ਪੋਇਮ। ਤਾਂ ਤੁਸੀਂ ਹੁਣ ਦੱਸਣਾ ਹੈ ਕਿ ਕਵਿਤਾ ਵਿਲੀਅਮ ਵਰਡਸਵਰਥ ਦੀ ਕਵਿਤਾ ਦੀ ਇੱਕੋ ਹੀ ਖਾਸੀਅਤ ਹੁੰਦੀ ਸੀ ਕਿ ਉਹ ਬੜੇ ਸਧਾਰਨ ਸ਼ਬਦਾਂ ਦੇ ਵਿੱਚ ਆਪਣੀ ਬੜੀ ਡੂੰਘੀ ਸੱਚਾਈ ਲਿਖ ਜਾਂਦੇ ਸੀ। ਤਾਂ ਇਸ ਦੇ ਸਧਾਰਨ ਅਤੇ ਸਰਲ ਭਾਸ਼ਾ ਦੇ ਉੱਤੇ ਤੁਸੀਂ ਲਿਖਣਾ ਹੈ। ਆਂਸਰ, ਦ ਲੈਂਗੁਏਜ ਆਫ ਦ ਪੋਇਮ ਇਜ਼ ਨਾਟ ਗੌਡੀ ਔਰ ਕੰਪਲੈਕਸ। ਦ ਵਰਡਸ ਆਫ ਡੇਲੀ ਯੂਜ਼ ਹੈਵ ਬੀਨ ਰਿਟਨ ਲਾਈਕ ਹਿਊਮਨ ਸੋਲ, ਪ੍ਰਮੋਸ, ਬਰਡਸ ਅਰਾਊਂਡ ਮੀ ਹੌਪਡ ਐਂਡ ਪਲੇਡ, ਟੂ ਕੈਚ ਦ ਬਰੀਜ਼ੀ ਏਅਰ ਐਟਸੈਟਰਾ। ਸੋ ਆਮ ਜ਼ਿੰਦਗੀ ਦੇ ਕੁਝ ਸ਼ਬਦ ਲਏ ਨੇ, ਆਤਮਾ ਦੀ ਗੱਲ ਕੀਤੀ ਆ, ਫੁੱਲਾਂ ਦੀ ਗੱਲ ਕੀਤੀ ਆ, ਪੰਛੀਆਂ ਦੀ ਗੱਲ ਕੀਤੀ ਆ, ਪੰਛੀਆਂ ਦੇ ਫੁਦਕਣ ਦੀ ਖੇਡਣ ਦੀ ਗੱਲ ਕੀਤੀ ਆ, ਠੰਡੀ ਠੰਡੀ ਹਵਾ ਦੀ ਗੱਲ ਕੀਤੀ ਆ। ਤੁਹਾਨੂੰ ਕਿਤੇ ਵੀ ਕੋਈ ਅਜਿਹਾ ਬਹੁਤ ਹੀ ਉਲਝਿਆ ਹੋਇਆ ਸ਼ਬਦ ਜਾਂ ਕੋਈ ਵੀ ਅਜਿਹੀ ਉਲਝੀ ਹੋਈ ਉਸ ਦੇ ਵਿੱਚ ਡਿਸਕ੍ਰਿਪਸ਼ਨ ਨਹੀਂ ਮਿਲੂਗੀ ਜਿਸ ਦੇ ਲਈ ਤੁਹਾਨੂੰ ਡਿਕਸ਼ਨਰੀ ਚੁੱਕਣੀ ਪਏ। ਨੈਕਸਟ ਕੁਐਸਚਨ ਇਜ਼ what abilities according to the poet does nature have? ਤਾਂ ਕਵੀ ਦੇ ਅਨੁਸਾਰ ਪ੍ਰਕਿਰਤੀ ਦੇ ਵਿੱਚ ਕੀ ਕਾਬਲੀਅਤ ਹੈ? ਆਂਸਰ ਇਜ਼ nature spreads beauty and peace all around.
The poet has described the scenic beauty as well as the charm created by birds and flowers in a peaceful surrounding. A cool breeze heals human beings. ਤਾਂ ਜਿਹੜਾ ਕਵੀ ਹੈ ਉਹ ਇਹ ਕਹਿੰਦਾ ਹੈ ਕਿ ਕੁਦਰਤ ਦੇ ਅੰਦਰ ਪਹਿਲਾ ਗੁਣ ਤਾਂ ਇਹ ਹੈ ਕਿ ਕੁਦਰਤ ਬੜੀ ਸੋਹਣੀ ਆ। ਦੂਸਰਾ ਗੁਣ ਇਹ ਹੈ ਕਿ ਉਸ 'ਚ ਬੜੀ ਸ਼ਾਂਤੀ ਹੈ। ਤੀਸਰਾ ਉਹ ਆਪਣੀ ਕਵਿਤਾ ਦੇ ਵਿੱਚ ਆਪਣੇ ਆਲੇ ਦੁਆਲੇ ਦੀ ਸਾਰੀ ਸੁੰਦਰਤਾ ਨੂੰ ਬਿਆਨ ਕਰਦਾ ਹੈ ਅਤੇ ਕੁਦਰਤ ਦੀ ਸ਼ੋਖੀ ਵੀ ਦਰਸਾਉਂਦਾ ਹੈ ਜਿਹੜੀ ਕਿ ਫੁੱਲਾਂ ਅਤੇ ਪੰਛੀਆਂ ਦੁਆਰਾ। ਦੇਖੋ ਤਸਵੀਰ ਵਿੱਚ ਦੇਖੋ ਹਾਊ ਬਿਊਟੀਫੁਲ ਦ ਪਿਕਚਰ ਇਜ਼, ਹਾਊ ਬਿਊਟੀਫੁਲ ਦ ਬਰਡਸ ਐਂਡ ਦ ਫਲਾਵਰਸ ਆ। ਸੋ ਦੈਟ ਪੀਸਫੁਲ ਸਰਾਊਂਡਿੰਗ, ਇਹ ਜਿਹੜਾ ਆਲੇ ਦੁਆਲੇ ਬਿਲਕੁਲ ਸ਼ਾਂਤੀ ਦਾ ਪਸਾਰਾ ਹੈ, ਇਹ ਉਸ ਨੂੰ ਲੱਗਦਾ ਹੈ ਕਿ ਪ੍ਰਕਿਰਤੀ ਦੀ ਸਭ ਤੋਂ ਵੱਡੀ ਕਾਬਲੀਅਤ ਹੈ। ਔਰ ਉੱਥੇ ਠੰਡੀ ਠੰਡੀ ਹਵਾ ਜਦੋਂ ਚੱਲਦੀ ਹੈ ਤਾਂ ਇਨਸਾਨ ਦੇ ਬਹੁਤ ਸਾਰੇ ਦੁੱਖ ਦਰਦ ਤਕਲੀਫਾਂ ਬਿਮਾਰੀਆਂ ਉਸ ਹਵਾ ਨਾਲ ਹੀ ਠੀਕ ਹੋ ਜਾਂਦੀਆਂ ਨੇ। Question number 4. What does the poet lament about? Answer. The poet laments about the destructive ways of human beings. This harms not only nature but also other beings. ਤਾਂ ਕਵੀ ਕਿਸ ਇੱਕ ਚੀਜ਼ 'ਤੇ ਆਪਣਾ ਪਛਤਾਤਾਪ ਜ਼ਾਹਿਰ ਕਰਦਾ ਹੈ? ਕਵੀ ਇਨਸਾਨ ਦੇ ਮਾੜੇ ਤੌਰ ਤਰੀਕਿਆਂ 'ਤੇ ਆਪਣਾ ਪਛਤਾਤਾਪ ਜ਼ਾਹਿਰ ਕਰਦਾ ਹੈ। ਉਹ ਕਹਿੰਦਾ ਹੈ ਕਿ ਇਨਸਾਨ ਸਿਰਫ ਪ੍ਰਕਿਰਤੀ ਨੂੰ ਹੀ ਨਹੀਂ ਬਲਕਿ ਦੂਸਰੇ ਜੀਵ ਜੰਤੂਆਂ ਨੂੰ ਵੀ ਬਹੁਤ ਨੁਕਸਾਨ ਦੇ ਰਿਹਾ ਹੈ, ਕਿਉਂਕਿ ਜਦੋਂ ਅਸੀਂ ਇੱਕ ਦਰਖਤ ਕੱਟਦੇ ਹਾਂ ਤਾਂ ਅਸੀਂ ਪੂਰੇ ਜੀਵਨ ਚੱਕਰ ਨੂੰ ਹੀ ਖਤਮ ਕਰਦੇ ਹਾਂ। ਕੁਐਸਚਨ ਨੰਬਰ 5. ਹਾਊ ਡਜ਼ ਦ ਪੋਇਟ ਗਲੋਰੀਫਾਈ ਨੇਚਰ? ਪ੍ਰਕਿਰਤੀ ਦਾ ਗੁਣਗਾਨ ਉਹ ਕਿਸ ਤਰ੍ਹਾਂ ਕਰਦੇ ਨੇ? The poet glorifies nature by singing praises of trees, flowers, birds, breeze and peaceful lap of nature. ਤਾਂ ਪੂਰੀ ਕਵਿਤਾ ਦੇ ਵਿੱਚ ਉਹਨਾਂ ਨੇ ਪ੍ਰਕਿਰਤੀ ਦਾ ਹੀ ਗੁਣਗਾਨ ਕੀਤਾ ਹੈ, ਚਾਹੇ ਦਰਖਤਾਂ ਦੀ ਤਾਰੀਫ ਕੀਤੀ ਹੈ, ਫੁੱਲਾਂ ਨੂੰ ਬਿਆਨ ਕੀਤਾ ਹੈ, ਪੰਛੀਆਂ ਦੀ ਗੱਲ ਕੀਤੀ ਹੈ, ਸ਼ਾਂਤੀ ਦੀ ਗੱਲ ਕੀਤੀ ਹੈ ਜਾਂ ਠੰਡੀ ਹਵਾ ਦੀ ਗੱਲ ਕੀਤੀ ਹੈ। ਇਹ ਸਭ ਕੁਝ ਇਨਸਾਨ ਨੂੰ ਬਹੁਤ ਖੁਸ਼ੀ ਅਤੇ ਹੀਲਿੰਗ ਦਿੰਦਾ ਹੈ। Question number 6. Give an example of personification of nature in this poem. Dear students, let me tell you about the technique of personification. Personification is such a technique in poetry in which the poet treats inanimate things as alive and they talk like human beings. ਤਾਂ ਬੇਟਾ personification ਉਹ ਟੈਕਨੀਕ ਹੁੰਦੀ ਹੈ ਕਵਿਤਾ ਲਿਖਣ ਦੀ ਜਿਸ 'ਚ ਕਵੀ ਨਿਰਜੀਵ ਵਸਤੂਆਂ ਤੋਂ ਮਨੁੱਖ ਦੀ ਤਰ੍ਹਾਂ ਗੱਲਾਂ ਬਾਤਾਂ ਕਰਵਾ ਦਿੰਦਾ ਹੈ ਅਤੇ ਉਹ ਜਿਉਂਦੀਆਂ ਹੋ ਕੇ ਗੱਲ ਕਰਨ ਲੱਗਦੀਆਂ ਨੇ। ਜਿਵੇਂ ਆਮ ਜ਼ਿੰਦਗੀ 'ਚ ਤੁਹਾਨੂੰ ਦਰਖਤ ਗੱਲਾਂ ਕਰਦੇ ਨਹੀਂ ਮਿਲਣਗੇ ਪਰ ਕਵਿਤਾ ਦੇ ਵਿੱਚ ਕਰ ਸਕਦੇ ਨੇ। ਸੂਰਜ ਚੰਦ ਤਾਰੇ ਆਮ ਜ਼ਿੰਦਗੀ 'ਚ ਗੱਲਾਂ ਨਹੀਂ ਕਰਦੇ, ਪੰਛੀ ਆਮ ਜ਼ਿੰਦਗੀ 'ਚ ਗੱਲਾਂ ਨਹੀਂ ਕਰਦੇ, ਪਰ ਕਵਿਤਾ ਦੇ ਵਿੱਚ ਉਹ ਇਨਸਾਨਾਂ ਦੀ ਤਰ੍ਹਾਂ ਗੱਲਾਂ ਕਰਦੇ ਨਜ਼ਰ ਆ ਸਕਦੇ ਨੇ। ਸੋ ਵੀ ਹੈਵ ਟੂ ਗਿਵ ਦ ਐਗਜ਼ਾਮਪਲਸ ਆਫ personification from this poem. First example is when the poet says that, and it's my faith that every flower enjoys the air it breathes. ਤਾਂ ਇੱਥੇ ਫਲਾਵਰ ਅਤੇ ਇੰਜੋਏਮੈਂਟ ਦੀ ਗੱਲ ਕੀਤੀ ਹੈ ਔਰ ਜੋ ਕਿ ਇੱਕ ਹਿਊਮਨ ਐਕਟੀਵਿਟੀ ਹੈ। ਤਾਂ ਇੱਥੇ ਫਲਾਵਰਸ ਨੂੰ ਜ਼ਿੰਦਾ ਬਿਲਕੁਲ ਇੱਕ ਹਿਊਮਨ ਬੀਇੰਗ ਦੀ ਤਰ੍ਹਾਂ ਐਕਸ਼ਨ ਲੈਂਦੇ ਹੋਏ ਦਿਖਾਇਆ ਗਿਆ। ਸੋ ਪਰਸੋਨੀਫਿਕੇਸ਼ਨ। ਸੈਕਿੰਡ, ਦ ਬਡਿੰਗ ਟਵਿਗਸ ਸਪਰੈਡ ਆਊਟ ਦੇਅਰ ਫੈਨ ਟੂ ਕੈਚ ਦ ਬਰੀਜ਼ੀ ਏਅਰ। ਹੁਣ ਇੱਥੇ ਫੁੱਲਾਂ ਦੀਆਂ ਡੋਡੀਆਂ ਨੇ ਜਿਹੜੀਆਂ ਉਹ ਪੰਖੇ ਦੀ ਤਰ੍ਹਾਂ, ਫੈਨ ਦੀ ਤਰ੍ਹਾਂ, ਪੱਖੇ ਦੀ ਤਰ੍ਹਾਂ ਖਿੜ ਜਾਂਦੀਆਂ ਨੇ, ਉਹ ਫੈਲ ਜਾਂਦੀਆਂ ਨੇ। ਕਾਹਦੇ ਲਈ? ਤਾਂ ਕਿ ਉਹ ਹਵਾ ਨੂੰ ਫੜ ਸਕਣ। ਸੋ ਇੱਥੇ ਉਹ ਪਰਫੋਰਮ ਕਰ ਰਹੀਆਂ ਨੇ ਐਕਸ਼ਨ ਲਾਈਕ ਅ ਹਿਊਮਨ ਬੀਇੰਗ। ਸੋ ਇਨ these examples the technique of personification is evident. So this was all about the comprehension questions of poem number 1. I hope you liked it and you can note it down by pausing the video. If you want to learn the complete summary and paraphrase, go to the description box, click the link given there. Thank you so much for being with me. Have a very nice day.